ਮੈਂ ਆਪਣੀ ਮਾਂ ਨੂੰ ਨਫ਼ਰਤ ਕਰਦੀ ਸੀ। ਸਾਰੇ ਕਹਿੰਦੇ ਸਨ ਉਹ ਕਲੰਕਣੀ ਹੈ। ਮੇਰਾ ਨਾਮ ਮਨਦੀਪ ਹੈ। ਮੇਰੇ ਪਿਤਾ ਦੀ ਮੌਤ ਮੇਰੇ ਜਨਮ ਤੋਂ ਪਹਿਲਾਂ ਹੀ ਹੋ ਗਈ ਸੀ ਤੇ ਮੇਰੀ ਮਾਂ ਮੈਨੂੰ ਛੱਡ ਕੇ ਚਲੀ ਗਈ ਸੀ। ਮੇਰੇ ਮਾਮੇ ਨੇ ਹੀ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ। ਅੱਜ ਮੇਰਾ ਵਿਆਹ ਸੀ ਤੇ ਮੈਂ ਤਿਆਰ ਹੋ ਕੇ ਬੈਠੀ ਸੀ। ਮੇਰਾ ਮਾਮਾ ਮੈਨੂੰ ਕਹਿਣ ਲੱਗਿਆ ਕਿ ਇੱਕ ਔਰਤ ਤੈਨੂੰ ਮਿਲਣ ਆਈ ਹੈ। ਜਦੋਂ ਮਾਮੇ ਨੇ ਦੱਸਿਆ ਕਿ ਉਹ ਤੇਰੀ ਮਾਂ ਹੈ ਤਾਂ ਮੈਂ ਉਸ ਨੂੰ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਕਿਉਂਕਿ ਮੈਂ ਇੱਕ ਬਦਕਿਰਦਾਰ ਔਰਤ ਨੂੰ ਨਹੀਂ ਮਿਲਣਾ ਚਾਹੁੰਦੀ ਸੀ। ਫਿਰ ਮੇਰੇ ਮਾਮੇ ਨੇ ਮੈਨੂੰ ਸ਼ਾਂਤ ਕੀਤਾ ਤੇ ਮੇਰੀ ਮਾਂ ਬਾਰੇ ਅਜਿਹੀ ਸੱਚਾਈ ਦੱਸੀ ਜਿਸ ਨੂੰ ਸੁਣ ਕੇ ਮੇਰੇ ਹੋਸ਼ ਉੱਡ ਗਏ। ਬੇਟਾ ਤਿਆਰ ਹੋ ਗਈ? ਮੇਰੇ ਮਾਮੇ ਨੇ ਪੁੱਛਿਆ ਤਾਂ ਮੈਂ ਕਿਹਾ ਹਾਂਜੀ ਬਸ ਹੋ ਗਈ। ਮੇਰੇ ਮਾਮਾ ਮੈਨੂੰ ਹਿਚਕਚਾਉਂਦੇ ਹੋਏ ਕਹਿਣ ਲੱਗੇ ਕਿ ਬੇਟਾ ਇੱਕ ਔਰਤ ਤੈਨੂੰ ਮਿਲਣ ਆਈ ਹੈ। ਉਹ ਅੱਧਖੜ ਉਮਰ ਦੀ ਔਰਤ ਸੀ ਜਿਸ ਨੇ ਉੱਪਰ ਸ਼ਾਲ ਲਿਆ ਹੋਇਆ ਸੀ। ਜਦੋਂ ਮਾਮਾ ਜੀ ਨੇ ਕਿਹਾ ਕਿ ਇਹ ਤੇਰੀ ਮਾਂ ਹੈ ਤਾਂ ਸੁਣ ਕੇ ਮੈਂ ਭੜਕ ਉੱਠੀ ਤੇ ਕਿਹਾ ਕਿ ਇਹ ਇੱਥੇ ਕੀ ਕਰਨ ਆਈ ਹੈ? ਤੁਸੀਂ ਇਸ ਨੂੰ ਮੇਰੀ ਮਾਂ ਕਿਵੇਂ ਕਹਿ ਰਹੇ ਹੋ? ਮਾਂ ਹੋਣ ਦਾ ਕਿਹੜਾ ਫਰਜ਼ ਨਿਭਾਇਆ ਹੈ ਇਸਨੇ? ਮੇਰੇ ਬਾਪ ਤਾਂ ਤੁਸੀਂ ਤੇ ਮਾਮੀ ਹੋ। ਇਹ ਔਰਤ ਕਦੇ ਮੇਰੀ ਮਾਂ ਨਹੀਂ ਹੋ ਸਕਦੀ ਜੋ ਆਪਣੀ ਅਯਾਸ਼ੀ ਲਈ ਦੁੱਧ ਪੀਂਦੀ ਬੱਚੀ ਨੂੰ ਛੱਡ ਸਕਦੀ ਹੈ। ਉਹ ਔਰਤ ਮਾਂ ਕਹਿਲਾਉਣ ਦੇ ਲਾਇਕ ਨਹੀਂ। ਅਜਿਹਾ ਨਾ ਕਹਿ ਬੇਟਾ, ਇੱਕ ਵਾਰ ਮੇਰੀ ਗੱਲ ਸੁਣ ਲੈ। ਉਸ ਔਰਤ ਨੇ ਕਿਹਾ, ਮੈਂ ਕੁਝ ਨਹੀਂ ਸੁਣਨਾ, ਤੂੰ ਇੱਥੋਂ ਚਲੀ ਜਾ। ਉਹ ਔਰਤ ਕਹਿਣ ਲੱਗੀ, ਮੇਰਾ ਇੱਥੋਂ ਜਾਣਾ ਹੀ ਠੀਕ ਰਹੇਗਾ। ਫਿਰ ਉਹ ਰੋਂਦੀ ਰੋਂਦੀ ਉੱਥੋਂ ਚਲੀ ਗਈ। ਮੇਰੇ ਮਾਮਾ ਜੀ ਕਹਿਣ ਲੱਗੇ ਕਿ ਮਨਦੀਪ ਇੰਨੀ ਕਠੋਰ ਨਾ ਬਣੋ, ਤੇਰੀ ਮਾਂ ਹੈ, ਇੱਕ ਵਾਰ ਉਸ ਦੀ ਗੱਲ ਤਾਂ ਸੁਣ ਲੈ। ਉਹ ਮੈਨੂੰ ਕੁਝ ਦਿਨ ਪਹਿਲਾਂ ਹੀ ਇੱਕ ਮੰਦਿਰ ਵਿੱਚ ਵਿਧਵਾਵਾਂ ਨਾਲ ਮਿਲੀ ਸੀ। ਮੈਂ ਉਸਨੂੰ ਪਹਿਚਾਣ ਲਿਆ ਪਰ ਉਹ ਤਾਂ ਮੈਨੂੰ ਪਹਿਚਾਣਨ ਤੋਂ ਇਨਕਾਰ ਕਰ ਰਹੀ ਸੀ। ਫਿਰ ਜਦੋਂ ਮੈਂ ਉਸਨੂੰ ਦੱਸਿਆ ਕਿ ਤੇਰੀ ਬੇਟੀ ਦਾ ਵਿਆਹ ਹੈ ਤਾਂ ਉਸਨੇ ਮੈਨੂੰ ਕਿਹਾ ਕਿ ਵੀਰੇ ਮੈਨੂੰ ਮਾफ़ ਕਰ ਦੇ। ਮੇਰੇ ਵਰਗੀ ਔਰਤ ਨੂੰ ਤੈਨੂੰ ਭਰਾ ਕਹਿਣ ਦਾ ਕੋਈ ਹੱਕ ਨਹੀਂ ਹੈ। ਮੈਨੂੰ ਮਾफ़ ਕਰ ਦੇ। ਮੈਂ ਬੇਸਹਾਰਾ ਤੇ ਇਕੱਲੀ ਹਾਂ। ਮੈਂ ਤੁਹਾਡੀ ਜ਼ਿੰਦਗੀ ਵਿੱਚ ਵਾਪਸ ਨਹੀਂ ਆਉਣਾ ਚਾਹੁੰਦੀ। ਸਮਾਜ ਨੇ ਮੈਨੂੰ ਅਸਵੀਕਾਰ ਕਰ ਦਿੱਤਾ ਹੈ। ਮੇਰੇ ਬਹੁਤ ਜ਼ੋਰ ਦੇਣ 'ਤੇ ਵੀ ਉਹ ਤੈਨੂੰ ਮਿਲਣ ਲਈ ਆਈ ਹੈ। ਮੈਂ ਉਸਨੂੰ ਮਿਲਣ ਉਸਨੂੰ ਬਿਰਧ ਆਸ਼ਰਮ ਵਿੱਚ ਗਿਆ ਸੀ ਜਿੱਥੇ ਉਹ ਰਹਿੰਦੀ ਸੀ। ਉਹ ਉੱਥੇ ਛੋਟੇ ਮੋਟੇ ਕੰਮ ਕਰ ਦਿੰਦੀ ਹੈ ਜਿਸ ਕਰਕੇ ਉਸਨੂੰ 2 ਵਕਤ ਦੀ ਰੋਟੀ ਤੇ ਰਹਿਣ ਨੂੰ ਛੱਤ ਮਿਲੀ ਹੋਈ ਹੈ। ਉੱਥੇ ਜਾ ਕੇ ਮੈਂ ਤੇਰੀ ਮਾਂ ਦੀ ਕਹਾਣੀ ਸੁਣੀ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਜੋ ਤੇਰੀ ਮਾਂ ਬਾਰੇ ਸੁਣ ਰੱਖਿਆ ਹੈ ਉਹ ਪੂਰੀ ਤਰ੍ਹਾਂ ਸਹੀ ਨਹੀਂ ਹੈ। ਮੇਰੇ ਮਾਮਾ ਜੀ ਮੇਰੀ ਮਾਂ ਦੀ ਕਹਾਣੀ ਸੁਣਾਉਣ ਲੱਗੇ। ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਮੈਂ 10 ਸਾਲ ਦਾ ਤੇ ਤੇਰੀ ਮਾਂ 16 ਸਾਲ ਦੀ ਸੀ। ਉਹ ਮੇਰੇ ਸਕੇ ਤਾਏ ਦੀ ਧੀ ਸੀ। ਉਸਦਾ ਨਾਂ ਹਰਦੀਪ ਹੈ। ਉਸਦੀ ਮਾਂ ਉਸਨੂੰ ਜਨਮ ਦਿੰਦੇ ਹੀ ਦੁਨੀਆ ਨੂੰ ਅਲਵਿਦਾ ਕਹਿ ਗਈ। ਇਸ ਲਈ ਉਹਨਾਂ ਦੇ ਪਿਤਾ ਨੇ ਪਰਿਵਾਰ ਦੇ ਦਬਾਅ ਵਿੱਚ ਆ ਕੇ ਦੂਜਾ ਵਿਆਹ ਕਰਵਾ ਲਿਆ। ਪਰ ਮਤਰੇਈ ਮਾਂ ਤਾਂ ਮਤਰੇਈ ਹੀ ਹੁੰਦੀ ਹੈ। ਉਹ ਤੇਰੀ ਮਾਂ 'ਤੇ ਬਹੁਤ ਜ਼ੁਲਮ ਕਰਦੀ, ਉਸਦੀ ਪੜ੍ਹਾਈ ਵੀ ਛੁਡਵਾ ਦਿੱਤੀ। ਉਸਦੀ ਮਤਰੇਈ ਮਾਂ ਆਪ ਕਦੇ ਮਾਂ ਨਾ ਬਣ ਸਕੀ ਤਾਂ ਉਹ ਆਪਣੀ ਸਾਰੀ ਪੜਾਸ ਤੇਰੀ ਮਾਂ 'ਤੇ ਹੀ ਕੱਢਦੀ, ਉਸਨੂੰ ਹਮੇਸ਼ਾ ਮਨਹੂਸ ਕਹਿੰਦੀ। ਤਾਈ ਦਾ ਵਿਵਹਾਰ ਸਾਡੇ ਨਾਲ ਵੀ ਚੰਗਾ ਨਹੀਂ ਸੀ। ਤੇਰੀ ਮਾਂ ਇੱਕ ਮੁੰਡੇ ਨੂੰ ਪਸੰਦ ਕਰਦੀ ਸੀ ਜੋ ਕਿ ਗਵਾਂਢ ਵਿੱਚ ਭਾਬੀ ਦੀ ਰਿਸ਼ਤੇਦਾਰੀ ਵਿੱਚੋਂ ਸੀ। ਪਰ ਇਹ ਗੱਲ ਹਰਦੀਪ ਦੀ ਮਤਰੇਈ ਮਾਂ ਨੂੰ ਪਤਾ ਚੱਲ ਗਈ ਤੇ ਉਸਨੇ ਹਰਦੀਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਉਸਨੂੰ ਬਹੁਤ ਮਾਰਿਆ। ਕਿਸੇ ਦੀ ਇੱਕ ਨਾ ਸੁਣੀ ਤੇ ਹਰਦੀਪ ਦਾ ਵਿਆਹ ਧਰ ਦਿੱਤਾ। ਉਹ ਵਿਚਾਰੀ ਕੁਝ ਨਾ ਬੋਲੀ, ਉਸਦਾ ਵਿਆਹ ਕਰ ਦਿੱਤਾ ਗਿਆ। ਜਦੋਂ ਇਹ ਗੱਲ ਉਸ ਮੁੰਡੇ ਨੂੰ ਪਤਾ ਚੱਲੀ ਤਾਂ ਉਸਨੇ ਆਤਮ ਹੱਤਿਆ ਕਰ ਲਈ। ਹਰਦੀਪ ਵੀ ਇਹ ਸੁਣ ਕੇ ਟੁੱਟ ਚੁੱਕੀ ਸੀ ਤੇ ਹਮੇਸ਼ਾ ਉਸਦੀ ਮੌਤ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਮੰਨਦੀ ਰਹੀ। ਵਿਆਹ ਕਰਕੇ ਸਸੁਰਾਲ ਆਈ ਤਾਂ ਉਸਦਾ ਪਤੀ ਬਹੁਤ ਖੁਸ਼ਮਿਜ਼ਾਜ ਤੇ ਮਿਲਣਸਾਰ ਸੀ। ਉਹ ਹਰਦੀਪ ਦਾ ਬਹੁਤ ਖਿਆਲ ਰੱਖਦਾ ਸੀ। ਉਸਦੇ ਮਾਂ-ਬਾਪ ਨਹੀਂ ਸਨ, ਇਸ ਲਈ ਉਹ ਆਪਣੀ ਭੈਣ ਕੋਲ ਰਹਿੰਦਾ ਸੀ ਕਿਉਂਕਿ ਉਸਦੀ ਭੈਣ ਦੇ ਵੀ ਕੋਈ ਸੰਤਾਨ ਨਹੀਂ ਸੀ। ਤੇਰਾ ਪਿਓ ਇੱਕ ਬੱਸ ਡਰਾਈਵਰ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਤੇਰੀ ਮਾਂ ਪ੍ਰੈਗਨੈਂਟ ਹੋ ਗਈ ਪਰ ਹਜੇ 4 ਕੁ ਮਹੀਨੇ ਹੀ ਹੋਏ ਸਨ ਕਿ ਤੇਰੇ ਪਿਤਾ ਦੀ ਬੱਸ ਦਾ ਐਕਸੀਡੈਂਟ ਹੋ ਗਿਆ ਤੇ ਉਹ ਉਸ ਹਾਦਸੇ ਵਿੱਚ ਚੱਲ ਵਸੇ। ਤੇਰੀ ਮਾਂ ਰੋਂਦੀ ਰਹਿ ਗਈ। ਕਿਸੇ ਤਰ੍ਹਾਂ 9 ਮਹੀਨੇ ਪੂਰੇ ਕੀਤੇ ਤੇ ਤੇਰਾ ਜਨਮ ਹੋਇਆ। ਪਰ ਦੁੱਖਾਂ ਦਾ ਸਿਲਸਿਲਾ ਹਜੇ ਵੀ ਖਤਮ ਨਹੀਂ ਹੋਇਆ ਸੀ। ਤੇਰੀ ਮਾਂ ਇਹ ਤਾਂ ਜਾਣਦੀ ਸੀ ਕਿ ਉਸਦਾ ਨੰਦੋਈਆ ਚੰਗਾ ਆਦਮੀ ਨਹੀਂ ਹੈ, ਪਰ ਉਸਨੂੰ ਇਹ ਖਬਰ ਨਹੀਂ ਸੀ ਕਿ ਉਹ ਉਸ 'ਤੇ ਵੀ ਬੁਰੀ ਨਜ਼ਰ ਰੱਖਦਾ ਹੈ। ਇੱਕ ਦਿਨ ਤੇਰੀ ਭੂਆ ਘਰ ਨਹੀਂ ਸੀ ਤਾਂ ਉਸਨੇ ਤੇਰੀ ਮਾਂ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਤੇਰੀ ਮਾਂ ਨੇ ਰੌਲਾ ਪਾਇਆ ਤਾਂ ਉਸਨੇ ਉਲਟਾ ਤੇਰੀ ਮਾਂ 'ਤੇ ਇਲਜ਼ਾਮ ਲਾ ਦਿੱਤਾ ਕਿ ਇਹ ਹੀ ਮੇਰੇ ਗਲ ਪੈ ਰਹੀ ਸੀ, ਉਮਰ ਹੀ ਅਜਿਹੀ ਹੈ। ਇਸਨੇ ਤਾਂ ਮੇਰੀ ਉਮਰ ਦਾ ਵੀ ਲਿਹਾਜ਼ ਨਹੀਂ ਕੀਤਾ। ਤੇਰੀ ਮਾਂ ਨੇ ਬਹੁਤ ਕਿਹਾ ਕਿ ਇਹ ਆਦਮੀ ਝੂਠ ਬੋਲ ਰਿਹਾ ਹੈ, ਮੈਂ ਅਜਿਹਾ ਕੁਝ ਨਹੀਂ ਕੀਤਾ। ਫਿਰ ਤੇਰੀ ਭੂਆ ਵੀ ਆ ਗਈ। ਉਸਨੂੰ ਸਭ ਨੂੰ ਉੱਥੋਂ ਭੇਜ ਦਿੱਤਾ ਤੇ ਕਹਿਣ ਲੱਗੀ ਕਿ ਮੇਰੇ ਘਰ ਦਾ ਮਾਮਲਾ ਹੈ, ਮੈਂ ਇਸਨੂੰ ਦੇਖ ਲਵਾਂਗੀ। ਤੇਰੀ ਮਾਂ ਨੇ ਤੇਰੀ ਭੂਆ ਨੂੰ ਕਿਹਾ ਕਿ ਮੈਂ ਅਜਿਹਾ ਕੁਝ ਨਹੀਂ ਕੀਤਾ, ਪਰ ਉਹ ਕਹਿਣ ਲੱਗੀ ਕਿ ਭਾਵੇਂ ਤੂੰ ਕੁਝ ਨਹੀਂ ਕੀਤਾ ਪਰ ਇਹ ਪੁਰਸ਼ ਪ੍ਰਧਾਨ ਸਮਾਜ ਹੈ, ਤੇਰੀ ਕਿਸੇ ਨੇ ਨਹੀਂ ਸੁਣਨੀ। ਉਸ ਸਮੇਂ ਤਾਂ ਤੇਰੀ ਭੂਆ ਇੰਨਾ ਕਹਿ ਕੇ ਚੁੱਪ ਕਰ ਗਈ, ਪਰ ਰਾਤ ਨੂੰ ਉਸਨੇ ਤੇਰੀ ਮਾਂ ਨੂੰ ਕਿਹਾ
ਕਿ ਮੈਂ ਤੈਨੂੰ ਕਦੋਂ ਤੱਕ ਬਚਾਵਾਂਗੀ। ਤੂੰ ਇਸ ਤਰ੍ਹਾਂ ਇਹ ਬੱਚੀ ਮੇਰੇ ਕੋਲ ਛੱਡ ਜਾ ਤੇ ਦੂਜੇ ਸ਼ਹਿਰ ਚਲੀ ਜਾ, ਇਸ ਨੂੰ ਮੈਂ ਸੰਭਾਲ ਲਵਾਂਗੀ। ਉਸਨੇ ਰਾਤੋਂ ਰਾਤ ਤੇਰੀ ਮਾਂ ਨੂੰ ਪੈਸੇ ਦੇ ਕੇ ਦੂਜੇ ਸ਼ਹਿਰ ਭੇਜ ਦਿੱਤਾ। ਇੱਧਰ ਤੇਰੇ ਫੁੱਫੜ ਨੂੰ ਮੌਕਾ ਮਿਲ ਗਿਆ ਤੇਰੀ ਮਾਂ ਨੂੰ ਬਦਨਾਮ ਕਰਨ ਦਾ। ਉਸਨੇ ਸਭ ਨੂੰ ਇਹ ਕਿਹਾ ਕਿ ਤੇਰੀ ਮਾਂ ਕਿਸੇ ਨਾਲ ਭੱਜ ਗਈ ਹੈ। ਉਸਨੇ ਤੈਨੂੰ ਰੱਖਣ ਤੋਂ ਵੀ ਮਨਾ ਕਰ ਦਿੱਤਾ, ਪਰ ਇੱਥੇ ਤੇਰੀ ਮਤਰੇਈ ਨਾਨੀ ਵੀ ਤੈਨੂੰ ਰੱਖਣ ਲਈ ਤਿਆਰ ਨਹੀਂ ਸੀ। ਇਸ ਲਈ ਮੇਰੀ ਮਾਂ ਤੈਨੂੰ ਰੱਖਣ ਲਈ ਤਿਆਰ ਹੋ ਗਈ। ਉੱਧਰ ਸ਼ਹਿਰ ਵਿੱਚ ਜਦੋਂ ਤੱਕ ਤੇਰੀ ਮਾਂ ਕੋਲ ਪੈਸੇ ਸਨ ਉਦੋਂ ਤੱਕ ਉਹ ਜਿਉਂ ਰਹੀ ਸੀ। ਫਿਰ ਭੁੱਖੇ ਮਰਨ ਦੀ ਨੌਬਤ ਆ ਗਈ। ਉਹ ਭੁੱਖੀ ਪਿਆਸੀ ਸੜਕਾਂ 'ਤੇ ਘੁੰਮ ਰਹੀ ਸੀ। ਫਿਰ ਇੱਕ ਦਿਨ ਲੁਹਾਰ ਦੀ ਦੁਕਾਨ 'ਤੇ ਪਹੁੰਚੀ ਤੇ ਬੇਹੋਸ਼ ਹੋ ਗਈ। ਜਦੋਂ ਹੋਸ਼ ਆਈ ਤਾਂ ਲੁਹਾਰ ਨੂੰ ਆਪਣੀ ਸਾਰੀ ਸੱਚਾਈ ਦੱਸੀ ਤਾਂ ਲੁਹਾਰ ਨੇ ਕਿਹਾ, ਭੈਣ ਤੂੰ ਇੱਥੇ ਰਹਿ ਸਕਦੀ ਹੈ, ਮੇਰੇ ਕੰਮ ਵਿੱਚ ਥੋੜ੍ਹਾ ਹੱਥ ਵਟਾ ਦਿਆ ਕਰੀ ਤੇ ਖਾਣਾ ਬਣਾ ਲਿਆ ਕਰੀ। ਉਹ ਉੱਥੇ ਉਸਦੀ ਭੈਣ ਬਣ ਕੇ ਰਹਿਣ ਲੱਗੀ, ਪਰ ਲੋਕਾਂ ਨੇ ਇਸ ਭੈਣ ਭਰਾ ਦੇ ਰਿਸ਼ਤੇ ਨੂੰ ਵੀ ਗਲਤ ਨਜ਼ਰ ਨਾਲ ਦੇਖਿਆ ਤੇ ਇੱਕ ਵਾਰ ਫਿਰ ਤੇਰੀ ਮਾਂ ਨੂੰ ਬਦਕਿਰਦਾਰ ਕਿਹਾ ਗਿਆ। ਉਹ ਉੱਥੋਂ ਵੀ ਚਲੀ ਗਈ ਤੇ ਫਿਰ ਇੱਕ ਅਨਾਥ ਆਸ਼ਰਮ ਵਿੱਚ ਬੱਚਿਆਂ ਦਾ ਸਹਾਰਾ ਬਣੀ। ਇਸ ਤਰ੍ਹਾਂ ਉਸਨੂੰ ਰਹਿਣ ਲਈ ਜਗ੍ਹਾ ਤੇ 2 ਵਕਤ ਦਾ ਖਾਣਾ ਮਿਲ ਜਾਂਦਾ ਸੀ, ਪਰ ਜਦੋਂ ਸਰੀਰ ਕਮਜ਼ੋਰ ਹੋ ਗਿਆ ਤਾਂ ਉਸਨੇ ਬਿਰਧ ਆਸ਼ਰਮ ਦਾ ਸਹਾਰਾ ਲਿਆ। ਹੁਣ ਉਹ ਉੱਥੇ ਹੀ ਰਹਿੰਦੀ ਹੈ। ਮੈਨੂੰ ਵੀ ਤੇਰੀ ਮਾਂ ਦੀ ਪੂਰੀ ਸੱਚਾਈ ਨਹੀਂ ਪਤਾ ਸੀ। ਮੈਂ ਵੀ ਉਹੀ ਸਮਝਦਾ ਸੀ ਜੋ ਸਮਾਜ ਕਹਿੰਦਾ ਸੀ। ਬੇਟਾ ਤੂੰ ਆਪਣੀ ਮਾਂ ਨੂੰ ਮਾफ़ ਕਰ ਦੇ, ਕਿੰਨਾ ਦੁੱਖ ਸਹਾਰਿਆ ਹੈ ਉਸ ਅਭਾਗਨ ਨੇ। ਮੈਂ ਵੀ ਮਾਂ ਦੀ ਕਹਾਣੀ ਸੁਣ ਕੇ ਰੋਣ ਲੱਗੀ ਤੇ ਆਪਣੇ ਮਾਮਾ ਜੀ ਨਾਲ ਮਾਂ ਕੋਲ ਪਹੁੰਚੀ। ਉਸਦੇ ਗਲੇ ਲੱਗ ਕੇ ਬਹੁਤ ਰੋਈ। ਉਸਨੂੰ ਘਰ ਲੈ ਆਈ। ਹੁਣ ਮੇਰੀ ਮਾਂ ਆਪਣੇ ਬਚਪਨ ਦੇ ਘਰ ਵਿੱਚ ਰਹਿੰਦੀ ਹੈ। ਮੈਂ ਵੀ ਸਸੁਰਾਲ ਤੋਂ ਉਸਨੂੰ ਛੇਤੀ ਮਿਲਣ ਆ ਜਾਂਦੀ ਹਾਂ। ਇੰਨੇ ਦੁੱਖਾਂ ਤੋਂ ਬਾਅਦ ਹੁਣ ਮੇਰੀ ਮਾਂ ਦੀ ਜ਼ਿੰਦਗੀ ਵਿੱਚ ਸਕੂਨ ਸੀ। ਕਾਸ਼ ਮਾਂ ਪਹਿਲਾਂ ਮਿਲੀ ਹੁੰਦੀ।